ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ। ਬਹੁਤ ਸਾਰੇ ਸਾਥੀਆਂ ਨੂੰ ਅਗਿਆਨਤਾ ਦੇ ਕਾਰਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਧਰਮ ਪਰਿਵਰਤਨ ਬਾਰੇ ਬਹੁਤ ਸਾਰੀਆਂ ਗਲਤ ਫਹਿਮੀਆਂ ਹਨ। ਕੁਝ ਲੋਕ ਕਹਿੰਦੇ ਹਨ ਕਿ ਬਾਬਾ ਸਾਹਿਬ ਜੀ ਸਿੱਖ ਧਰਮ ਅਪਣਾਉਣ ਵਾਲੇ ਸਨ। ਕੁਝ ਲੋਕ ਕਹਿ ਰਹੇ ਹਨ ਕਿ ਬਾਬਾ ਸਾਹਿਬ ਜੀ ਨੇ ਆਪਣੇ ਆਖਰੀ ਜੀਵਨ ਵਿੱਚ ਮਜਬੂਰਨ ਬੁੱਧ ਧਰਮ ਅਪਣਾਇਆ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਸਾਜ਼ਿਸ਼ ਦੇ ਤਹਿਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਨੀਚਾ ਦਿਖਾਉਣ ਦੀ ਦੁਸ਼ਮਣ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰਾ ਕਾਰਨ ਹੈ ਕਿ ਸਾਡਾ ਬਹੁਜਨ ਸਮਾਜ ਬਾਬਾ ਸਾਹਿਬ ਜੀ ਨੂੰ ਪੜ੍ਹਦਾ ਨਹੀਂ। ਜੇ ਬਾਬਾ ਸਾਹਿਬ ਜੀ ਨੂੰ ਪੜ੍ਹਿਆ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਗਲਤ ਫਹਿਮੀਆਂ ਦਾ ਸ਼ਿਕਾਰ ਨਾ ਹੁੰਦਾ। ਜਦੋਂ ਅਸੀਂ ਬਾਬਾ ਸਾਹਿਬ ਜੀ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦੀਆਂ ਲਿਖਤਾਂ ਅਤੇ ਭਾਸ਼ਣਾਂ ਤੋਂ ਪਤਾ ਚੱਲਦਾ ਹੈ ਕਿ ਬਾਬਾ ਸਾਹਿਬ ਜੀ ਨੇ 1907 ਵਿੱਚ ਮੈਟ੍ਰਿਕ ਪਾਸ ਕੀਤੀ ਤਾਂ ਉਹਨਾਂ ਦੇ ਸਨਮਾਨ ਵਿੱਚ ਸਭਾ ਬੁਲਾਈ ਗਈ। ਉਹਨਾਂ ਦੇ ਅਧਿਆਪਕ ਕੁਲੇਸ਼ਕਰ ਵੱਲੋਂ ਆਪਣੀ ਗੌਤਮ ਬੁੱਧ ਦਾ ਚਰਿੱਤਰ ਨਾਂ ਦੀ ਕਿਤਾਬ ਭੇਂਟ ਕੀਤੀ ਗਈ। ਬਾਬਾ ਸਾਹਿਬ ਜੀ ਗੌਤਮ ਬੁੱਧ ਦਾ ਜੀਵਨ ਚਰਿੱਤ ਪੜ੍ਹ ਕੇ ਉਦੋਂ ਤੋਂ ਹੀ ਤਥਾਗਤ ਭਗਵਾਨ ਬੁੱਧ ਤੋਂ ਪ੍ਰਭਾਵਿਤ ਹੋ ਗਏ ਸਨ। ਬਾਬਾ ਸਾਹਿਬ ਜੀ ਨੇ 25 ਦਸੰਬਰ 1927 ਨੂੰ ਮਨੂ ਸਿਮਰਤੀ ਨੂੰ ਅੱਗ ਲਗਾ ਕੇ ਭਾਰਤ ਦੇ ਇਤਿਹਾਸ ਵਿੱਚ ਗੁਲਾਮੀ ਦੇ ਵਿਰੁੱਧ ਸੰਘਰਸ਼ ਦੀ ਸ਼ੁਰੂਆਤ ਦਾ ਇੱਕ ਅਭੁੱਲ ਦਿਨ ਬਣਾ ਦਿੱਤਾ ਸੀ। 13 ਅਕਤੂਬਰ 1935 ਨੂੰ ਆਪਣੇ ਇਤਿਹਾਸਕ ਜਿਊਲਾ ਦੀ ਕਾਨਫਰੰਸ ਵਿੱਚ ਬਾਬਾ ਸਾਹਿਬ ਜੀ ਆਪਣੇ ਭਾਸ਼ਣ ਵਿੱਚ ਐਲਾਨ ਕਰਦੇ ਹਨ ਕਿ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ ਹਾਂ। ਇਹ ਮੇਰੇ ਵੱਸ ਦੀ ਗੱਲ ਨਹੀਂ ਸੀ, ਪਰ ਮੈਂ ਬਤੌਰ ਹਿੰਦੂ ਮਰਾਂਗਾ ਨਹੀਂ। ਹਿੰਦੂ ਧਰਮ ਸਾਡੇ ਬਜ਼ੁਰਗਾਂ ਦਾ ਧਰਮ ਨਹੀਂ, ਇਹ ਤਾਂ ਸਗੋਂ ਉਹਨਾਂ ਉੱਤੇ ਗੁਲਾਮੀ ਵਜੋਂ ਥੋਪਿਆ ਗਿਆ ਹੈ। ਅਤੇ ਅੰਤ ਵਿੱਚ ਆਪਣੇ ਭਾਸ਼ਣ ਵਿੱਚ ਬਾਬਾ ਸਾਹਿਬ ਤਥਾਗਤ ਬੁੱਧ ਦੇ ਮਹਾਪਰਿਨਿਰਵਾਣ ਤੋਂ ਪਹਿਲਾਂ ਆਨੰਦ ਅਤੇ ਤਥਾਗਤ ਭਗਵਾਨ ਬੁੱਧ ਦੇ ਵਿਚਕਾਰ ਜੋ ਸਵਾਲ ਜਵਾਬ ਹੋਏ ਸਨ ਉਹਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਭਾਸ਼ਣ ਖਤਮ ਕਰਦੇ ਹਨ। ਤਥਾਗਤ ਬੁੱਧ ਨੇ ਆਨੰਦ ਨੂੰ ਕਿਹਾ ਸੀ, ਆਨੰਦ, ਦੀਪਕ ਦੀ ਤਰ੍ਹਾਂ ਆਪਣੀ ਰੋਸ਼ਨੀ ਆਪ ਬਣੋ। ਜ਼ਮੀਨ ਦੀ ਤਰ੍ਹਾਂ ਪ੍ਰਕਾਸ਼ ਵਾਸਤੇ ਕਿਸੇ ਹੋਰ ਉੱਤੇ ਨਿਰਭਰ ਨਾ ਕਰੋ ਅਤੇ ਆਪਣੇ ਸੁਆਮੀ ਆਪ ਬਣੋ। ਆਪਣੀ ਸ਼ਰਨ ਜਾਵੋ, ਕਿਸੇ ਹੋਰ ਦੀ ਸ਼ਰਨ ਨਾ ਜਾਵੋ। ਇਸ ਤੋਂ ਅਸੀਂ ਜਾਣ ਸਕਦੇ ਹਾਂ ਕਿ ਬਾਬਾ ਸਾਹਿਬ ਜੀ ਦਾ ਬੁੱਧ ਧਰਮ ਵੱਲ ਪਹਿਲਾਂ ਹੀ ਝੁਕਾਅ ਹੋ ਚੁੱਕਾ ਸੀ। ਇਸ ਤੋਂ ਅੱਗੇ ਹੁਣ ਜਿਊਲਾ ਨਾਸਕ ਦੀ ਕਾਨਫਰੰਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਧਰਮ ਪਰਿਵਰਤਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। 31 ਮਈ 1936 ਨੂੰ ਦਾਦਰ ਬੰਬਈ ਵਿਖੇ ਕਾਨਫਰੰਸ ਆਯੋਜਿਤ ਕਰਦੇ ਹਨ, ਜਿਸ ਵਿੱਚ ਧਰਮ ਪਰਿਵਰਤਨ ਦੇ ਸੰਕਲਪ ਨੂੰ ਅਸਲੀ ਰੂਪ ਦੇਣ ਦੇ ਲਈ ਵਿਚਾਰ ਕਰਦੇ ਹਨ। ਇਸ ਕਾਨਫਰੰਸ ਵਿੱਚ ਸਟੈਨਲੀ ਜੌਨਜ਼ ਈਸਾਈ ਮਿਸ਼ਨਰੀ, ਕੁਝ ਮੁਸਲਿਮ ਅਤੇ ਕੁਝ ਸਿੱਖ ਵੀ ਸ਼ਾਮਲ ਹੋਏ। ਇਸ ਭਾਸ਼ਣ ਵਿੱਚ ਸੰਬੋਧਿਤ ਕਰਦੇ ਹਨ ਕਿ ਧਰਮ ਪਰਿਵਰਤਨ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਅਤੇ ਨਾ ਹੀ ਇਹ ਕੋਈ ਮੌਜ ਮੇਲੇ ਦਾ ਵਿਸ਼ਾ ਹੈ, ਸਗੋਂ ਇਹ ਸਾਰੇ ਦਲਿਤ ਸਮਾਜ, ਸ਼ੋਸ਼ਿਤ ਅਛੂਤ ਸਮਾਜ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਜਿਸ ਤਰ੍ਹਾਂ ਇੱਕ ਪਾਣੀ ਵਾਲੇ ਜਹਾਜ਼ ਦੇ ਕਪਤਾਨ ਨੂੰ ਆਪਣਾ ਜਹਾਜ਼ ਨੂੰ ਦੂਸਰੀ ਨਵੀਂ ਬੰਦਰਗਾਹ 'ਤੇ ਲੈ ਕੇ ਜਾਣ ਲਈ ਜਿੰਨੀ ਮਾਤਰਾ ਵਿੱਚ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ, ਬਿਲਕੁਲ ਉਸੀ ਤਰ੍ਹਾਂ ਓਨੀ ਪਹਿਲਾਂ ਤਿਆਰੀ ਧਰਮ ਪਰਿਵਰਤਨ ਦੇ ਲਈ ਕਰਨੀ ਪਵੇਗੀ। ਇਸ ਤਿਆਰੀ ਤੋਂ ਬਗੈਰ ਇਸ ਹਿੰਦੂ ਧਰਮ ਦਾ ਤਿਆਗ ਕਰਕੇ ਇੱਕ ਨਵਾਂ ਲੇਕਿਨ ਮਨੁੱਖਤਾ ਦਾ ਪਰਿਪੂਰਨ ਜੀਵਨ ਪ੍ਰਾਪਤ ਕਰਨਾ ਕਦੇ ਵੀ ਸੰਭਵ ਨਹੀਂ ਹੈ। ਇਸ ਤਰ੍ਹਾਂ ਜੋ ਲੋਕ ਕਹਿੰਦੇ ਹਨ ਕਿ ਬਾਬਾ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਮਜਬੂਰੀ ਕਾਰਨ ਬੁੱਧ ਧਰਮ ਅਪਣਾਇਆ, ਉਹਨਾਂ ਨੂੰ ਬਾਬਾ ਸਾਹਿਬ ਜੀ ਦਾ 31 ਮਈ 1936 ਦਾ ਬੰਬਈ ਵਿੱਚ ਦਾਦਰ ਵਿਖੇ ਮਹਾਰ ਪ੍ਰੀਸ਼ਦ ਵਿੱਚ ਦਿੱਤੇ ਗਏ ਭਾਸ਼ਣ ਨੂੰ ਪੜ੍ਹ ਲੈਣਾ ਚਾਹੀਦਾ ਹੈ। ਬਾਬਾ ਸਾਹਿਬ ਜੀ ਨੇ ਪੂਰੇ 21 ਸਾਲ ਆਪਣੇ ਸਮਾਜ ਨੂੰ ਧਰਮ ਪਰਿਵਰਤਨ ਵਾਸਤੇ ਤਿਆਰ ਕਰਨ ਲਈ ਲਗਾਏ। ਜਦੋਂ ਬਾਬਾ ਸਾਹਿਬ ਜੀ ਨੇ ਧਰਮ ਪਰਿਵਰਤਨ ਦਾ ਐਲਾਨ ਕੀਤਾ ਤਾਂ ਸਾਰੇ ਧਰਮਾਂ ਦੇ ਪੈਰੋਕਾਰਾਂ ਦੇ ਆਗੂ ਬਾਬਾ ਸਾਹਿਬ ਪਾਸ ਆਏ ਅਤੇ ਆਪਣੇ ਆਪਣੇ ਧਰਮਾਂ ਨੂੰ ਅਪਣਾਉਣ ਵਾਸਤੇ ਬਾਬਾ ਸਾਹਿਬ ਜੀ ਨੂੰ ਬੇਨਤੀਆਂ ਕੀਤੀਆਂ। ਬਾਬਾ ਸਾਹਿਬ ਜੀ ਨੇ 31 ਮਈ 1936 ਦੇ ਮਹਾਰ ਕਾਨਫਰੰਸ ਤੋਂ ਬਾਅਦ ਅਛੂਤ ਸੰਨਿਆਸੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਧਰਮ ਪਰਿਵਰਤਨ ਬਾਰੇ ਉਹਨਾਂ ਨੂੰ ਸੰਬੋਧਨ ਕੀਤਾ ਤਾਂ ਅਛੂਤ ਸੰਨਿਆਸੀਆਂ ਨੇ ਬਾਬਾ ਸਾਹਿਬ ਜੀ ਦੇ ਧਰਮ ਪਰਿਵਰਤਨ ਦੇ ਸੰਕਲਪ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਦਾੜ੍ਹੀ ਮੁੱਛਾਂ ਕਟਵਾ ਦਿੱਤੀਆਂ ਅਤੇ ਹਿੰਦੂ ਧਰਮ ਦੀਆਂ ਨਿਸ਼ਾਨੀਆਂ ਨੂੰ ਉਤਾਰ ਕੇ
ਅੱਗ ਵਿੱਚ ਸੁੱਟ ਦਿੱਤਾ। 10 ਜੂਨ 1936 ਨੂੰ ਬਾਬਾ ਸਾਹਿਬ ਜੀ ਦੇ ਬੰਬਈ ਨਿਵਾਸ ਰਾਜਗ੍ਰਹਿ ਵਿਖੇ ਬੋਧੀਆਂ ਦਾ ਇੱਕ ਪ੍ਰਤੀਨਿਧ ਮੰਡਲ ਇਟਾਲੀਅਨ ਭਿੱਖੂ ਲੋਕਨਾਥ ਦੀ ਅਗਵਾਈ ਹੇਠ ਬਾਬਾ ਸਾਹਿਬ ਨੂੰ ਮਿਲਿਆ ਅਤੇ ਬਾਬਾ ਸਾਹਿਬ ਨੂੰ ਬੁੱਧ ਧਰਮ ਅਪਣਾਉਣ ਬਾਰੇ ਸੋਚਣ ਲਈ ਪ੍ਰੇਰਿਆ। 15 ਜੂਨ 1936 ਨੂੰ ਬਾਬਾ ਸਾਹਿਬ ਜੀ ਨੇ ਬੰਬਈ ਵਿਖੇ ਦੇਵਦਾਸੀਆਂ ਦੁਆਰਾ ਬੁਲਾਈ ਗਈ ਮੀਟਿੰਗ ਨੂੰ ਧਰਮ ਪਰਿਵਰਤਨ ਬਾਰੇ ਸੰਬੋਧਨ ਕੀਤਾ। ਦੇਵਦਾਸੀਆਂ ਨੇ ਵੀ ਬਾਬਾ ਸਾਹਿਬ ਦੇ ਧਰਮ ਪਰਿਵਰਤਨ ਦੇ ਮਤੇ ਦਾ ਸਵਾਗਤ ਕੀਤਾ। ਉਸ ਤੋਂ ਪਹਿਲਾਂ 13 ਜਨਵਰੀ 1936 ਨੂੰ ਬਾਬਾ ਸਾਹਿਬ ਜੀ ਨੇ ਡਾਕਟਰ ਸਲੰਕੀ ਨਾਲ ਇੱਕ ਸਿੱਖ ਕੀਰਤਨ ਦੀਵਾਨ ਵਿੱਚ ਹਿੱਸਾ ਲਿਆ। 10 ਅਪ੍ਰੈਲ 1936 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ 12 ਤੋਂ 14 ਅਪ੍ਰੈਲ ਨੂੰ ਹੋ ਰਹੀ ਸਿੱਖ ਮਿਸ਼ਨ ਕਾਨਫਰੰਸ ਵਿੱਚ ਸਿੱਖਾਂ ਵੱਲੋਂ ਸੱਦੇ 'ਤੇ ਅੰਮ੍ਰਿਤਸਰ ਵਾਸਤੇ ਰਵਾਨਾ ਹੋਏ। ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਹੁਕਮ ਸਿੰਘ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਵਾਗਤ ਵਿੱਚ ਇੱਕ ਪ੍ਰੀਤੀ ਭੋਜ ਦਿੱਤਾ ਗਿਆ। ਇਸ ਕਾਨਫਰੰਸ ਵਿੱਚ ਬਾਬਾ ਸਾਹਿਬ ਜੀ ਨੇ ਕਿਹਾ ਕਿ ਉਹਨਾਂ ਨੇ ਹਿੰਦੂ ਧਰਮ ਨੂੰ ਤਿਆਗਣ ਦਾ ਪੱਕਾ ਮਨ ਬਣਾ ਲਿਆ ਹੈ, ਪਰ ਕਿਹੜਾ ਧਰਮ ਅਪਣਾਉਣਾ ਹੈ ਅਜੇ ਕੋਈ ਫੈਸਲਾ ਨਹੀਂ ਕੀਤਾ। ਬਾਬਾ ਸਾਹਿਬ ਸਿੱਖ ਧਰਮ ਵਿੱਚ ਬਰਾਬਰੀ ਦੇ ਸਿਧਾਂਤ ਦੀ ਹਮਾਇਤ ਕਰਦੇ ਸਨ। 18 ਸਤੰਬਰ 1936 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੇ 13 ਸ਼ਰਧਾਲੂਆਂ ਦਾ ਇੱਕ ਜਥਾ ਸਿੱਖ ਧਰਮ ਦਾ ਮੁਆਇਨਾ ਕਰਨ ਵਾਸਤੇ ਅੰਮ੍ਰਿਤਸਰ ਭੇਜਿਆ। ਜਦੋਂ ਬਾਬਾ ਸਾਹਿਬ ਜੀ ਨੂੰ 13 ਮੈਂਬਰੀ ਜਥੇ ਤੋਂ ਇਸ ਗੱਲ ਦਾ ਗਿਆਨ ਹੋਇਆ ਕਿ ਸਿੱਖ ਧਰਮ ਵਿੱਚ ਜੋ ਬਰਾਬਰਤਾ ਹੈ ਉਹ ਸਿਰਫ ਗੁਰਦੁਆਰੇ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਹੈ, ਤਾਂ ਉਹਨਾਂ ਦੇ ਸਿੱਖ ਧਰਮ ਵਿੱਚ ਬਰਾਬਰੀ ਦੇ ਸਿਧਾਂਤ ਬਾਰੇ ਵਿਚਾਰ ਬਦਲ ਗਏ। 5 ਜਨਵਰੀ 1938 ਨੂੰ ਸੋਲਾਪੁਰ ਵਿਖੇ ਬਾਬਾ ਸਾਹਿਬ ਜੀ ਨੇ ਈਸਾਈਆਂ ਦੀ ਸਭਾ ਨੂੰ ਸੰਬੋਧਨ ਕੀਤਾ ਅਤੇ ਕਿਹਾ, ਕੁਝ ਹਿੰਦੂ ਮੇਰੇ ਧਰਮ ਪਰਿਵਰਤਨ ਦੇ ਸਵਾਲ ਨੂੰ ਲੈ ਕੇ ਮੇਰਾ ਮਖੌਲ ਉਡਾਉਂਦੇ ਹਨ, ਪਰ ਮੇਰਾ ਇਰਾਦਾ ਪੱਕਾ ਹੈ ਅਤੇ ਕਿਹਾ, ਧਰਮਾਂ ਦੀ ਖੋਜ ਦੌਰਾਨ ਮੇਰੇ ਮਨ ਨੂੰ ਦੋ ਪੁਰਖਾਂ ਨੇ ਵਧੇਰੇ ਪ੍ਰਭਾਵਿਤ ਕੀਤਾ, ਉਹ ਹਨ ਬੁੱਧ ਅਤੇ ਈਸਾ ਮਸੀਹ। ਬਾਬਾ ਸਾਹਿਬ ਨੇ ਕਿਹਾ, ਮੈਨੂੰ ਅਜਿਹੇ ਧਰਮ ਦੀ ਲੋੜ ਹੈ ਜੋ ਆਜ਼ਾਦੀ, ਬਰਾਬਰਤਾ ਅਤੇ ਭਾਈਚਾਰੇ ਦੇ ਸਿਧਾਂਤ ਦੇ ਤਹਿਤ ਆਦਮੀ ਦੇ ਦਰਮਿਆਨ ਨੈਤਿਕ ਸੰਬੰਧਾਂ ਦੀ ਗੱਲ ਕਰੇ, ਨਾ ਕਿ ਆਦਮੀ ਤੇ ਰੱਬ ਵਿਚਕਾਰ ਸੰਬੰਧਾਂ ਦੀ। ਅਤੇ ਫਿਰ ਉਹਨਾਂ ਨੇ ਕਿਹਾ, ਦੱਖਣੀ ਭਾਰਤ ਦੇ ਈਸਾਈ ਜਾਤ ਪਾਤ ਦਾ ਪਾਲਨ ਕਰਦੇ ਹਨ, ਉਹਨਾਂ ਨੇ ਕਦੇ ਸਮਾਜਿਕ ਅਨਿਆਏ ਦੇ ਵਿਰੁੱਧ ਆਵਾਜ਼ ਵੀ ਨਹੀਂ ਉਠਾਈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਾਬਾ ਸਾਹਿਬ ਜੀ ਦਾ ਸਿੱਖ ਧਰਮ ਅਪਣਾਉਣ ਵੱਲ ਕਦੇ ਵੀ ਝੁਕਾਅ ਨਹੀਂ ਸੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਜਗ੍ਹਾ 'ਤੇ ਕਾਨਫਰੰਸਾਂ ਕਰਨਾ ਆਪਣੇ ਪਛੜੇ ਸਮਾਜ ਨੂੰ ਧਰਮ ਪਰਿਵਰਤਨ ਵਾਸਤੇ ਤਿਆਰ ਕਰਨਾ ਸੀ, ਜਿਸ ਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ 14 ਅਕਤੂਬਰ 1956 ਨੂੰ 10 ਲੱਖ ਲੋਕ ਬੁੱਧ ਧੰਮ ਵਿੱਚ ਦੀਕਸ਼ਿਤ ਹੋਏ ਅਤੇ 22 ਪ੍ਰਤਿਗਿਆਵਾਂ ਗ੍ਰਹਿਣ ਕੀਤੀਆਂ। ਇਹ ਬਾਬਾ ਸਾਹਿਬ ਜੀ ਦੀ 21 ਸਾਲ ਦੀ ਸਮਾਜ ਨੂੰ ਧਰਮ ਪਰਿਵਰਤਨ ਵਾਸਤੇ ਸੰਗਠਿਤ ਕਰਨ ਦੀ ਸਖਤ ਮਿਹਨਤ ਦਾ ਨਤੀਜਾ ਸੀ। ਅਗਰ ਬਾਬਾ ਸਾਹਿਬ 5 ਸਾਲ ਹੋਰ ਜੀਵਤ ਰਹਿ ਜਾਂਦੇ ਤਾਂ ਭਾਰਤ ਵਾਕਿਆ ਹੀ ਪ੍ਰਬੁੱਧ ਭਾਰਤ ਬਣ ਜਾਣਾ ਸੀ। 21 ਜਨਵਰੀ 1949 ਨੂੰ ਬਾਬਾ ਸਾਹਿਬ ਜੀ ਮਿਲਿੰਦ ਕਾਲਜ ਦੇ ਉਦਘਾਟਨ ਬਾਰੇ ਔਰੰਗਾਬਾਦ ਗਏ, ਅਜੰਤਾ ਦੀਆਂ ਗੁਫਾਵਾਂ ਨੂੰ ਦੇਖਣ ਗਏ। 21 ਜਨਵਰੀ 1950 ਦੇ ਈਵਜ਼ ਸਪਤਾਹਿਕ ਅਖਬਾਰ ਵਿੱਚ ਹਿੰਦੂ ਨਾਰੀ ਦੇ ਪਤਨ ਦਾ ਦੋਸ਼ ਗੌਤਮ ਬੁੱਧ ਦੇ ਸਿਰ ਮੜਿਆ ਗਿਆ ਸੀ। ਉਸ ਦਾ ਮੂੰਹ ਤੋੜ ਜਵਾਬ ਬਾਬਾ ਸਾਹਿਬ ਜੀ ਨੇ ਫਰਵਰੀ 1950 ਦੇ ਮਾਸਿਕ ਮਹਾਬੋਧੀ ਅਖਬਾਰ ਦੇ ਅੰਕ ਵਿੱਚ ਹਿੰਦੂ ਨਾਰੀ ਦਾ ਉਥਾਨ ਅਤੇ ਪਤਨ ਸਿਰਲੇਖ ਹੇਠ ਲਿਖ ਕੇ ਮੂੰਹ ਤੋੜ ਜਵਾਬ ਦਿੱਤਾ। ਅਪ੍ਰੈਲ ਮਈ 1950 ਦੇ ਮਹਾਬੋਧੀ ਮਾਸਿਕ ਅੰਗਰੇਜ਼ੀ ਅਖਬਾਰ ਦੇ ਅੰਕ ਵਿੱਚ ਉਹਨਾਂ ਨੇ ਬੁੱਧ ਅਤੇ ਉਹਨਾਂ ਦੇ ਧਰਮ ਦਾ ਭਵਿੱਖ ਸਿਰਲੇਖ ਹੇਠ ਆਪਣੇ ਵਿਚਾਰ ਪੇਸ਼ ਕੀਤੇ। ਦਿੱਲੀ ਵਿਖੇ ਬੁੱਧ ਜਯੰਤੀ ਦੇ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ, ਬੁੱਧ ਧਰਮ ਸਦਾਚਾਰ ਉੱਤੇ ਆਧਾਰਿਤ ਹੈ, ਇਸ ਦੀ ਬੁਨਿਆਦ ਸ਼ੀਲ ਅਤੇ ਆਚਾਰ ਹੈ, ਜਦ ਕਿ ਬ੍ਰਾਹਮਣ ਲਈ ਧਰਮ ਦਾ ਅਰਥ ਹੈ ਜਗ ਬਲੀਆਂ ਅਤੇ ਈਸ਼ਵਰ ਭਗਤੀ। ਬੁੱਧ ਨੇ ਈਸ਼ਵਰ ਦੀ ਜਗ੍ਹਾ ਸਦਾਚਾਰ ਨੂੰ ਦਿੱਤੀ ਹੈ। ਬੁੱਧ ਧਰਮ ਦਾ ਸਮਾਜਿਕ ਦਰਸ਼ਨ
ਸਮਾਨਤਾ ਹੈ, ਜਦ ਕਿ ਹਿੰਦੂ ਧਰਮ ਨਾਮ ਬਰਾਬਰੀ 'ਤੇ ਖੜ੍ਹਾ ਹੈ। 19 ਮਈ 1950 ਨੂੰ ਰੰਗਾਬਾਦ ਵਿਖੇ ਕਾਲਜ ਖੋਲ੍ਹਣ ਦੇ ਸੰਬੰਧ ਵਿੱਚ ਹੈਦਰਾਬਾਦ ਗਏ। ਮਿਲਿੰਦ ਮਹਾਵਿਦਿਆਲਿਆ ਦੀ ਸਥਾਪਨਾ ਵਾਸਤੇ 175 ਏਕੜ ਜ਼ਮੀਨ ਖਰੀਦੀ। ਮਈ 1950 ਨੂੰ ਹੀ ਬਾਬਾ ਸਾਹਿਬ ਜੀ ਬੋਧੀ ਰੀਤੀ ਰਿਵਾਜਾਂ ਦਾ ਅਧਿਐਨ ਕਰਨ ਲਈ ਵਿਸ਼ਵ ਬੌਧ ਭਾਈਚਾਰੇ ਜਾਣੀ ਕਿ ਵਰਲਡ ਫੈਲੋਸ਼ਿਪ ਆਫ ਬੁੱਧਿਸਟ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਸਤੇ ਸ਼੍ਰੀਲੰਕਾ ਗਏ। ਜੂਨ 1950 ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਭਾਰਤ ਵਿੱਚ ਬੁੱਧ ਧੰਮ ਦਾ ਉਥਾਨ ਅਤੇ ਪਤਨ ਦੇ ਸਵਾਲ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। 1 ਸਤੰਬਰ 1950 ਨੂੰ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਸਥਾਪਿਤ ਮਿਲਿੰਦ ਮਹਾਵਿਦਿਆਲਿਆ ਦਾ ਨੀਂਹ ਪੱਥਰ ਰੱਖਿਆ। 1951 ਵਿੱਚ ਬੁੱਧ ਅਤੇ ਉਹਨਾਂ ਦਾ ਧੰਮ ਗ੍ਰੰਥ ਲਿਖਣਾ ਸ਼ੁਰੂ ਕੀਤਾ। 14 ਜਨਵਰੀ 1951 ਨੂੰ ਬਾਬਾ ਸਾਹਿਬ ਜੀ ਦੁਆਰਾ ਬੰਬਈ ਵਿਖੇ ਵਰਲੀ ਵਿੱਚ ਸਥਾਪਿਤ ਬੁੱਧ ਵਿਹਾਰ ਵਿੱਚ ਭਾਸ਼ਣ ਦਿੱਤਾ ਅਤੇ ਕਿਹਾ, ਬੁੱਧ ਧਰਮ ਭਾਰਤ ਵਿੱਚ 1200 ਸਾਲ ਤੱਕ ਚੜ੍ਹਦੀਆਂ ਕਲਾਂ ਵਿੱਚ ਰਿਹਾ ਹੈ। ਮਈ 1951 ਨੂੰ ਮਹਾਬੋਧੀ ਮਾਸਿਕ ਅਖਬਾਰ ਵਿੱਚ ਆਪਣੇ ਲੇਖ ਵਿੱਚ ਬਾਬਾ ਸਾਹਿਬ ਜੀ ਨੇ ਕਿਹਾ ਕਿ ਇਸ ਵਿਗਿਆਨਕ ਯੁੱਗ ਵਿੱਚ ਅਗਰ ਕੋਈ ਧਰਮ ਦੁਨੀਆ ਨੂੰ ਤਬਾਹੀ ਤੋਂ ਬਚਾ ਸਕਦਾ ਹੈ ਤਾਂ ਉਹ ਸਿਰਫ ਬੁੱਧ ਧਰਮ ਹੈ। ਜੁਲਾਈ 1951 ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਾਰਤੀਆ ਬੋਧੀ ਸੁਸਾਇਟੀ ਇੰਡੀਅਨ ਬੁੱਧਿਸਟ ਸੁਸਾਇਟੀ ਦੀ ਸਥਾਪਨਾ ਕੀਤੀ। ਮਈ 1953 ਵਿੱਚ ਬਾਬਾ ਸਾਹਿਬ ਜੀ ਬੰਬਈ ਵਿਖੇ ਬੁੱਧ ਧੰਮ ਦੀ ਸ਼ਲਾਘਾ ਵਿੱਚ ਇੱਕ ਜ਼ੋਰਦਾਰ ਭਾਸ਼ਣ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਬੁੱਧ ਧੰਮ ਵਿੱਚ ਬਹੁਤ ਸ਼ਰਧਾ ਹੈ, ਉਹ ਇਸ ਦੇ ਪ੍ਰਚਾਰ ਵਾਸਤੇ ਕੰਮ ਕਰਨਗੇ। ਇਸ ਸਮੇਂ ਮਿਲਿੰਦ ਮਹਾਵਿਦਿਆਲਿਆ ਦੀ ਉਸਾਰੀ ਦਾ ਕੰਮ ਆਪਣੀ ਦੇਖ ਰੇਖ ਵਿੱਚ ਸ਼ੁਰੂ ਕਰਵਾਇਆ। ਮਈ 1953 ਨੂੰ ਸਿਧਾਰਥ ਕਾਲਜ ਆਫ ਕਾਮਰਸ ਅਤੇ ਇਕਨੋਮਿਕਸ ਦਾ ਉਦਘਾਟਨ ਕੀਤਾ। ਜਨਵਰੀ 1954 ਨੂੰ ਹਿੰਦੂ ਧਰਮ ਦੀਆਂ ਬੁਝਾਰਤਾਂ ਨਾਂ ਦੀ ਕਿਤਾਬ ਲਿਖਣੀ ਸ਼ੁਰੂ ਕੀਤੀ, ਜੋ ਕਿ ਨਵੰਬਰ 1955 ਵਿੱਚ ਪੂਰੀ ਹੋ ਗਈ ਸੀ। ਮਈ 1954 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬੁੱਧ ਜਯੰਤੀ ਦੇ ਮੌਕੇ ਉੱਤੇ ਰੰਗੂਨ, ਬਰਮਾ ਗਏ। ਕਾਨਫਰੰਸ ਤੋਂ ਬਾਅਦ ਰੰਗੂਨ, ਬਰਮਾ ਵਿੱਚ ਹੀ ਉਹ ਬਹੁਤ ਹੀ ਮਸ਼ਹੂਰ ਬੋਧੀ ਪ੍ਰਚਾਰਕ ਡਾਕਟਰ R.L. ਸੋਨੀ, ਜੋ ਕਿ ਪੰਜਾਬ ਵਿੱਚੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਨ ਅਤੇ ਨਾਲ ਹੀ ਉਹ ਬੋਧੀ ਸੱਭਿਆਚਾਰਕ ਵਿਸ਼ਵ ਜਥੇਬੰਦੀ ਵਿਸ਼ਵ ਬੋਧੀ ਭਾਈਚਾਰਾ ਯੂਨੈਸਕੋ ਦੇ ਨੁਮਾਇੰਦੇ ਸਨ, ਉਹਨਾਂ ਦੇ ਘਰ ਵਿੱਚ ਠਹਿਰੇ ਸਨ। ਡਾਕਟਰ R.L. ਸੋਨੀ ਦੇ ਨਿਵਾਸ ਤੋਂ ਹੀ ਉਹਨਾਂ ਨੇ ਐਲਾਨ ਕੀਤਾ ਕਿ ਉਹ 1956 ਵਿੱਚ ਬੁੱਧ ਧਰਮ ਵਿੱਚ ਦੀਕਸ਼ਿਤ ਹੋਣਗੇ। ਜੂਨ 1954 ਵਿੱਚ ਮੈਸੂਰ ਦੇ ਰਾਜੇ ਪਾਸੋਂ ਬੰਗਲੌਰ ਵਿੱਚ 5 ਏਕੜ ਜ਼ਮੀਨ ਪ੍ਰਾਪਤ ਕੀਤੀ ਤਾਂ ਜੋ ਉੱਥੇ ਬੁੱਧਿਸਟ ਰਿਸਰਚ ਸੈਂਟਰ ਜਾਣੀ ਕਿ ਬੋਧੀ ਖੋਜ ਸੈਂਟਰ ਖੋਲ੍ਹਿਆ ਜਾ ਸਕੇ। 28 ਅਕਤੂਬਰ 1954 ਨੂੰ ਬੰਬਈ ਵਿੱਚ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਭਾਸ਼ਣ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਕਿ ਮੈਂ ਗੌਤਮ ਬੁੱਧ, ਕਬੀਰ ਅਤੇ ਜੋਤੀਬਾ ਫੂਲੇ ਦਾ ਸੇਵਾਦਾਰ ਹਾਂ, ਗਿਆਨ, ਨਿਮਰਤਾ ਅਤੇ ਸਦਾਚਾਰ ਦਾ ਪੁਜਾਰੀ ਹਾਂ। ਦਸੰਬਰ 1954 ਨੂੰ ਬਾਬਾ ਸਾਹਿਬ ਜੀ ਵਿਸ਼ਵ ਬੋਧੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਫਿਰ ਰੰਗੂਨ, ਬਰਮਾ ਗਏ। ਕਾਨਫਰੰਸ ਵਿੱਚ ਆਪਣੇ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਲੋੜੀਂਦੇ ਸਾਧਨਾਂ ਦਾ ਪ੍ਰਬੰਧ ਹੁੰਦੇ ਹੀ ਬੁੱਧ ਧਰਮ ਦੇ ਪ੍ਰਚਾਰ ਦਾ ਬੀੜਾ ਚੁੱਕ ਲਵਾਂਗਾ। ਭਾਰਤ ਦੇ ਝੰਡੇ ਵਿੱਚ ਅਸ਼ੋਕ ਚੱਕਰ ਅਤੇ ਦੇਸ਼ ਦੀ ਮੋਹਰ 'ਤੇ ਬੋਧੀ ਚਿੰਨ੍ਹ, 4 ਸ਼ੇਰਾਂ ਵਾਲੀ ਮੋਹਰ ਅਤੇ ਰਾਸ਼ਟਰਪਤੀ ਭਵਨ ਦੇ ਅੰਦਰ ਬੁੱਧ ਦੀ ਮੂਰਤੀ ਸਥਾਪਿਤ ਕਰਵਾ ਕੇ ਬੁੱਧਾ ਜਯੰਤੀ ਦੇ ਦੇਸ਼ ਭਰ ਵਿੱਚ ਛੁੱਟੀ ਕਰਵਾ ਕੇ ਨੀਂਹ ਰੱਖ ਦਿੱਤੀ ਹੈ। ਬੁੱਧ ਦੀ ਯਾਦ ਤਾਜ਼ਾ ਕਰਨ ਵਾਸਤੇ ਸਿਧਾਰਥ ਕਾਲਜ, ਮਿਲਿੰਦ ਮਹਾਵਿਦਿਆਲਿਆ ਸਥਾਪਿਤ ਕੀਤੇ ਹਨ, ਜਿੱਥੇ ਉਸ ਵਿੱਚ 3400 ਵਿਦਿਆਰਥੀ ਪੜ੍ਹਦੇ ਹਨ। ਬਾਬਾ ਸਾਹਿਬ ਜੀ ਨੇ ਬਰਮਾ ਤੋਂ ਵਾਪਸ ਆ ਕੇ ਦੇਹੂ ਰੋਡ, ਪੂਨਾ ਹਾਈਵੇ ਵਿਖੇ ਬੁੱਧ ਵਿਹਾਰ ਵਿੱਚ ਬੁੱਧ ਦੀ ਮੂਰਤੀ ਸਥਾਪਿਤ ਕੀਤੀ, ਜੋ ਉਹ ਬਰਮਾ ਤੋਂ ਲਿਆਏ ਸਨ। 20,000 ਤੋਂ ਵੀ ਵੱਧ ਲੋਕ ਇਕੱਤਰ ਹੋਏ ਸਨ। 3 ਅਪ੍ਰੈਲ 1955 ਨੂੰ ਧੰਮ ਕਿਉਂ ਜ਼ਰੂਰੀ ਹੈ ਦੇ ਸਵਾਲ ਉੱਤੇ ਆਪਣਾ ਭਾਸ਼ਣ ਦਿੱਤਾ।
ਫਰਵਰੀ 1956 ਨੂੰ ਭਾਰਤੀ ਮਹਾਬੋਧੀ ਸੁਸਾਇਟੀ ਦੁਆਰਾ ਨਵੀਂ ਦਿੱਲੀ ਵਿਖੇ ਬੁੱਧ ਵਿਹਾਰ ਵਿੱਚ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ਅਜਿਹਾ ਕੋਈ ਵੀ ਧਰਮ ਜੋ ਕਮਿਊਨਿਜ਼ਮ ਦਾ ਜਵਾਬ ਦੇਣ ਯੋਗ ਨਹੀਂ ਸੀ, ਬਚ ਨਹੀਂ ਸਕੇਗਾ। ਬੁੱਧ ਧਰਮ ਹੀ ਇੱਕ ਅਜਿਹਾ ਧਰਮ ਹੈ ਜੋ ਕਮਿਊਨਿਜ਼ਮ ਦਾ ਬਦਲ ਹੈ। ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਜੋ ਲੋਕ ਆਖਦੇ ਹਨ ਕਿ ਸਭ ਧਰਮ ਸਮਾਨ ਹਨ। ਸਭ ਧਰਮ ਵੱਖਰੇ ਵੱਖਰੇ ਹਨ। ਬੁੱਧ ਧਰਮ ਵਿੱਚ ਅਹਿੰਸਾ ਦਾ ਸਿਧਾਂਤ ਜੈਨ ਧਰਮ ਦੇ ਅਹਿੰਸਾ ਦੇ ਸਿਧਾਂਤ ਨਾਲੋਂ ਬਿਲਕੁਲ ਵੱਖਰਾ ਹੈ। ਫਰਵਰੀ 1956 ਵਿੱਚ ਹੀ ਬੁੱਧਾ ਐਂਡ ਹਿਜ਼ ਧੰਮਾ, ਬੁੱਧ ਅਤੇ ਉਹਨਾਂ ਦਾ ਧੰਮ ਮਹਾਨ ਗ੍ਰੰਥ ਮੁਕੰਮਲ ਹੋ ਗਿਆ ਸੀ, ਜੋ ਬਾਬਾ ਸਾਹਿਬ ਜੀ ਨੇ 1951 ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਉਹਨਾਂ ਦੇ ਪਰਿਨਿਰਵਾਣ ਤੋਂ ਬਾਅਦ 1957 ਵਿੱਚ ਛਪਿਆ। ਮਈ 1955 ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ BBC ਰੇਡੀਓ ਲੰਡਨ ਤੋਂ ਮੈਂ ਬੁੱਧ ਧੰਮ ਨੂੰ ਕਿਉਂ ਪਸੰਦ ਕਰਦਾ ਹਾਂ ਅਤੇ ਇਹ ਮੌਜੂਦਾ ਸੰਸਾਰ ਵਾਸਤੇ ਕਿਉਂ ਕਲਿਆਣਕਾਰੀ ਹੈ ਬਾਰੇ ਆਪਣੇ ਵਿਚਾਰ ਪ੍ਰਸਾਰਿਤ ਕੀਤੇ। ਉਹਨਾਂ ਕਿਹਾ, ਮੈਂ ਬੁੱਧ ਧੰਮ ਨੂੰ ਇਸ ਲਈ ਪਸੰਦ ਕਰਦਾ ਹਾਂ ਕਿਉਂਕਿ ਇਸ ਵਿੱਚ 3 ਅਜਿਹੇ ਅਸੂਲ ਇੱਕੋ ਥਾਂ ਉੱਤੇ ਹੀ ਮਿਲਦੇ ਹਨ ਜੋ ਹੋਰ ਕਿਸੇ ਧਰਮ ਵਿੱਚ ਇਕੱਠੇ ਨਹੀਂ ਮਿਲਦੇ। ਦੂਸਰੇ ਧਰਮ ਆਤਮਾ, ਪਰਮਾਤਮਾ ਅਤੇ ਮਰਨ ਤੋਂ ਬਾਅਦ ਦੇ ਜੀਵਨ ਦੀਆਂ ਗੱਲਾਂ ਕਰਦੇ ਹਨ। ਬੁੱਧ ਧੰਮ ਪ੍ਰਜਨਾ, ਵਹਿਮਾਂ ਭਰਮਾਂ ਅਤੇ ਕਰਾਮਾਤਾਂ ਦੀ ਥਾਂ ਗਿਆਨ ਸਿਖਾਉਂਦਾ ਹੈ, ਕਰੁਣਾ ਅਤੇ ਸਮਤਾ ਦਾ ਸਬਕ ਦਿੰਦਾ ਹੈ। ਇਨਸਾਨ ਦੇ ਚੰਗਾ ਜੀਵਨ ਜਿਉਣ ਵਾਸਤੇ ਇਹ ਤਿੰਨੋਂ ਗੱਲਾਂ ਬਹੁਤ ਹੀ ਜ਼ਰੂਰੀ ਹਨ। ਬੁੱਧ ਧੰਮ ਦੇ ਇਹ 3 ਸਿਧਾਂਤ ਮੈਨੂੰ ਬਹੁਤ ਭਾਉਂਦੇ ਹਨ ਅਤੇ ਦੁਨੀਆ ਨੂੰ ਵੀ ਭਾਉਣੇ ਚਾਹੀਦੇ ਹਨ ਕਿਉਂਕਿ ਆਤਮਾ ਅਤੇ ਪਰਮਾਤਮਾ ਮਾਨਵਤਾ ਨੂੰ ਬਚਾ ਨਹੀਂ ਸਕਦੇ। 24 ਮਈ 1956 ਨੂੰ ਬਾਬਾ ਸਾਹਿਬ ਜੀ ਨੇ ਨਾਰੀ ਪਾਰਕ ਮੁੰਬਈ ਵਿਖੇ ਬੁੱਧ ਜਯੰਤੀ ਦੇ ਮੌਕੇ ਉੱਤੇ ਫਿਰ ਦੁਹਰਾਇਆ ਉਹ ਅਕਤੂਬਰ ਦੇ ਮਹੀਨੇ ਬੁੱਧ ਧਰਮ ਗ੍ਰਹਿਣ ਕਰਨਗੇ। ਜੂਨ 1956 ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸਿਧਾਰਥ ਲਾਅ ਕਾਲਜ ਮੁੰਬਈ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਸਤੰਬਰ 1956 ਨੂੰ ਬਾਬਾ ਸਾਹਿਬ ਜੀ ਨੇ ਐਲਾਨ ਕੀਤਾ ਕਿ ਉਹ 14 ਅਕਤੂਬਰ 1956 ਨੂੰ ਸਵੇਰੇ 9 ਤੋਂ 11 ਵਜੇ ਦੇ ਦਰਮਿਆਨ ਨਾਗਪੁਰ ਵਿਖੇ ਹਿੰਦੂ ਧਰਮ ਦਾ ਤਿਆਗ ਕਰਨਗੇ ਅਤੇ ਬੁੱਧ ਧਰਮ ਅਪਣਾਉਣਗੇ। 11 ਅਕਤੂਬਰ 1956 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਆਪਣੀ ਪਤਨੀ ਸ਼ਾਰਦਾ ਕਬੀਰ ਉਰਫ ਸਵਿਤਾ ਅੰਬੇਡਕਰ ਅਤੇ ਨਾਨਕ ਚੰਦ ਰੱਤੂ ਜੀ ਸਮੇਤ ਹਵਾਈ ਜਹਾਜ਼ ਰਾਹੀਂ ਦਿੱਲੀ ਤੋਂ ਨਾਗਪੁਰ ਪਹੁੰਚੇ। ਉੱਥੇ ਸ਼ਾਮ ਨਾਂ ਦੇ ਹੋਟਲ ਵਿੱਚ ਠਹਿਰੇ। 13 ਅਕਤੂਬਰ 1956 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਪ੍ਰੈਸ ਕਾਨਫਰੰਸ ਬੁਲਾਈ। ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਧਰਮ ਕਿਉਂ ਤਿਆਗ ਕਰ ਰਹੇ ਹੋ ਤਾਂ ਉਹਨਾਂ ਗੁੱਸੇ ਭਰੇ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਸਵਾਲ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਪੂਰਵਜਾਂ ਤੋਂ ਕਿਉਂ ਨਹੀਂ ਪੁੱਛਦੇ ਕਿ ਮੈਂ ਹਿੰਦੂ ਧਰਮ ਕਿਉਂ ਤਿਆਗ ਕਰ ਰਿਹਾ ਹਾਂ ਅਤੇ ਬੁੱਧ ਧਰਮ ਕਿਉਂ ਕਬੂਲ ਕਰ ਰਿਹਾ ਹਾਂ। ਫਿਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਪੱਤਰਕਾਰਾਂ ਤੋਂ ਪੁੱਛਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਕੁਝ ਕੁ ਰਾਜਸੀ ਅਧਿਕਾਰਾਂ ਦੀ ਖਾਤਰ ਉਸ ਦੇ ਪੈਰੋਕਾਰ ਅਛੂਤ ਬਣੇ ਰਹਿਣ? ਕੀ ਕੁਝ ਸਹੂਲਤਾਂ ਲੈਣ ਦੀ ਖਾਤਰ ਬ੍ਰਾਹਮਣ ਅਛੂਤ ਬਣਨ ਨੂੰ ਤਿਆਰ ਹਨ? ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਵਿੱਖਬਾਣੀ ਕੀਤੀ ਕਿ ਇੱਕ ਨਾ ਇੱਕ ਦਿਨ ਭਾਰਤ ਬੋਧੀ ਦੇਸ਼ ਬਣ ਕੇ ਹੀ ਰਹੇਗਾ, ਪਰ ਬ੍ਰਾਹਮਣ ਸਭ ਤੋਂ ਬਾਅਦ ਇਸ ਵਿੱਚ ਸ਼ਾਮਲ ਹੋਣਗੇ। 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਨਾਮ ਬਰਾਬਰਤਾ 'ਤੇ ਆਧਾਰਿਤ ਹਿੰਦੂ ਧਰਮ ਨੂੰ ਤਿਆਗ ਕੇ ਸਮਤਾ 'ਤੇ ਆਧਾਰਿਤ ਬੁੱਧ ਧੰਮ ਕਬੂਲ ਕੀਤਾ। 14 ਅਕਤੂਬਰ 1956 ਦੀ ਸਵੇਰ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਆਪਣੀ ਪਤਨੀ ਅਤੇ ਨਾਨਕ ਚੰਦ ਰੱਤੂ ਦੇ ਨਾਲ ਸ਼ਾਮ ਹੋਟਲ ਤੋਂ 8:30 ਵਜੇ ਪੰਡਾਲ ਵੱਲ ਨੂੰ ਕਾਰ ਵਿੱਚ ਰਵਾਨਾ ਹੋਏ। 9:15 ਵਜੇ ਉਹ ਨਾਨਕ ਚੰਦ ਰੱਤੂ ਦੇ ਮੋਢਿਆਂ ਉੱਤੇ ਹੱਥ ਰੱਖੀ ਪੰਡਾਲ, ਜੋ ਕਿ 14 ਏਕੜ ਦੇ ਰਕਬੇ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਵਿੱਚ ਪਹੁੰਚੇ। ਪੰਡਾਲ ਦਾ ਵਾਤਾਵਰਨ ਬਾਬਾ ਸਾਹਿਬ ਦੀ ਜੈ, ਬੁੱਧ ਧਰਮ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸਟੇਜ ਉੱਤੇ 2 ਸ਼ੇਰਾਂ ਵਿਚਕਾਰ ਬੁੱਧ ਦੀ ਮੂਰਤੀ ਸੁਸ਼ੋਭਿਤ ਸੀ
ਅਗਰਬੱਤੀਆਂ ਅਤੇ ਮੋਮਬੱਤੀਆਂ ਜਲ ਰਹੀਆਂ ਸਨ। ਫੁੱਲ ਸਜਾਏ ਹੋਏ ਸਨ। ਬੁੱਧ ਧਰਮ ਦੀ ਦੀਕਸ਼ਾ ਦੀ ਰਸਮ ਨਿਭਾਉਣ ਵਾਸਤੇ 5 ਭਿੱਖੂਆਂ ਦਾ ਸੰਘ ਮੌਜੂਦ ਸੀ। ਭਿੱਖੂ ਚੰਦਰਾਮਣੀ, ਭਿੱਖੂ ਡੀ ਬਾਲੀ ਸਿਨ੍ਹਾ, ਭਿੱਖੂ ਐਮ ਸੰਗਰਤਨ, ਭਿੱਖੂ ਐਚ ਸਦਾਤੀਸਾ, ਭਿੱਖੂ ਪੰਨਾਨੰਦ ਜੀ ਜੋ ਮੰਚ ਉੱਤੇ ਸੁਸ਼ੋਭਿਤ ਸਨ। ਭਿੱਖੂ ਚੰਦਰਾਮਣੀ ਜੀ ਨੇ ਬਾਬਾ ਸਾਹਿਬ ਜੀ ਅਤੇ ਉਹਨਾਂ ਦੀ ਪਤਨੀ ਨੂੰ ਬੁੱਧ ਧੰਮ ਸੰਘ ਦੀ ਸ਼ਰਨ ਦਿੱਤੀ ਅਤੇ ਪੰਚਸ਼ੀਲ ਗ੍ਰਹਿਣ ਕਰਵਾਏ। ਇੱਕ ਅਨੋਖੇ ਸੁੱਖ ਦਾ ਅਨੁਭਵ ਕਰਦੇ ਹੋਏ ਫਿਰ ਖੁਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਉੱਥੇ ਹਾਜ਼ਰ 5 ਲੱਖ ਆਪਣੇ ਪੈਰੋਕਾਰਾਂ ਨੂੰ ਤ੍ਰਿਸ਼ਰਨ ਅਤੇ ਪੰਚਸ਼ੀਲ ਗ੍ਰਹਿਣ ਕਰਵਾਏ ਅਤੇ ਉਹ 22 ਪ੍ਰਤਿਗਿਆ ਵੀ ਦਿੱਤੀਆਂ ਜੋ ਉਹਨਾਂ ਖੁਦ ਤਿਆਰ ਕੀਤੀਆਂ ਸਨ। ਬੁੱਧੰ ਸ਼ਰਨੰ ਗੱਛਾਮੀ, ਧੰਮੰ ਸ਼ਰਨੰ ਗੱਛਾਮੀ, ਸੰਘੰ ਸ਼ਰਨੰ ਗੱਛਾਮੀ ਦੇ ਨਾਲ ਪੰਡਾਲ ਗੂੰਜ ਉੱਠਿਆ। ਹੁਣ ਉਹ ਅਛੂਤ ਚੌਥੇ ਅਤੇ 5ਵੇਂ ਦਰਜੇ ਦੇ ਹਿੰਦੂ ਨਹੀਂ ਸੀ, ਉਹ ਹੁਣ ਬੋਧੀ ਹੋ ਗਏ ਸਨ। ਉਹਨਾਂ ਨੇ ਇੱਕ ਸੁਖਮਈ ਤਰੰਗ ਦਾ ਅਨੁਭਵ ਕੀਤਾ। ਇਸ ਤਰ੍ਹਾਂ ਬਾਬਾ ਸਾਹਿਬ ਜੀ ਨੇ ਲੱਖਾਂ ਲੋਕਾਂ ਦੀਆਂ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਤੋੜ ਦਿੱਤੀਆਂ। ਉਹਨਾਂ ਨੂੰ ਇੱਕ ਨਵੇਂ ਆਜ਼ਾਦ ਮਾਨਸਿਕ ਅਨੁਭਵ ਦਾ ਅਹਿਸਾਸ ਕਰਵਾਇਆ, ਜਿਸ ਨਾਲ ਲੱਖਾਂ ਲੋਕਾਂ ਦੇ ਅੰਦਰ ਇੱਕ ਨਿਰਾਲੇ ਅਨੁਭਵ ਦੀ ਲਹਿਰ ਦੌੜ ਗਈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਕਿ ਮੈਨੂੰ ਇੰਜ ਲੱਗ ਰਿਹਾ ਹੈ ਕਿ ਜਿਵੇਂ ਮੈਂ ਨਰਕ ਵਿੱਚੋਂ ਬਾਹਰ ਨਿਕਲ ਆਇਆ ਹੋਵਾਂ। ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਇਹ ਇੱਕ ਅਦਭੁਤ ਕ੍ਰਿਸ਼ਮਾ ਸੀ ਜੋ ਐਡੀ ਵੱਡੀ ਪੱਧਰ 'ਤੇ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਇਸ ਦੀ ਮਹੱਤਤਾ ਨੂੰ ਸਮਝਣ ਲਈ ਬਾਬਾ ਸਾਹਿਬ ਦੁਆਰਾ ਦਿੱਤਾ ਗਿਆ ਨਾਗਪੁਰ ਦਾ ਭਾਸ਼ਣ ਜ਼ਰੂਰ ਪੜ੍ਹਨਾ ਚਾਹੀਦਾ ਹੈ। ਜਿਹੜੇ ਲੋਕ ਕਹਿੰਦੇ ਹਨ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਮਜਬੂਰੀ ਨਾਲ ਜੀਵਨ ਦੇ ਆਖਰੀ ਦਿਨਾਂ ਦੇ ਵਿੱਚ ਕਾਹਲੀ ਵਿੱਚ ਬੁੱਧ ਧਰਮ ਨੂੰ ਅਪਣਾਇਆ ਹੈ, ਉਹਨਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ 21 ਸਾਲ ਦੇ ਧਰਮ ਪਰਿਵਰਤਨ ਵਾਸਤੇ ਸਖਤ ਸੰਘਰਸ਼ ਕਰਕੇ ਸਮਾਜ ਨੂੰ ਤਿਆਰ ਕਰਨ ਬਾਰੇ ਉਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਬਾਬਾ ਸਾਹਿਬ ਜੀ 15 ਅਕਤੂਬਰ 1956 ਵਿੱਚ ਆਪਣੇ ਭਾਸ਼ਣ ਵਿੱਚ ਕਹਿੰਦੇ ਹਨ ਕਿ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਹੈਰਾਨੀ ਹੈ ਕਿ ਮੈਂ ਧਰਮ ਪਰਿਵਰਤਨ ਦੇ ਫੈਸਲੇ ਨੂੰ ਇੰਨਾ ਚਿਰ ਅਟਕਾ ਕਿਉਂ ਰੱਖਿਆ। ਉਹ ਪੁੱਛਦੇ ਹਨ, ਇੰਨੇ ਸਾਲ ਤੁਸੀਂ ਕੀ ਕਰਦੇ ਰਹੇ। ਮੈਂ ਉਹਨਾਂ ਨੂੰ ਸਿਰਫ ਇੰਨਾ ਹੀ ਜਵਾਬ ਦੇ ਸਕਦਾ ਹਾਂ ਕਿ ਧਰਮ ਦਾ ਸਵਾਲ ਬੜਾ ਹੀ ਔਖਾ ਅਤੇ ਗੰਭੀਰ ਕਿਸਮ ਦਾ ਸਵਾਲ ਹੁੰਦਾ ਹੈ। ਇਸ ਧਰਮ ਦੀ ਉੱਤਮਤਾ ਦੇ ਸੰਬੰਧ ਵਿੱਚ ਲੋਕਾਂ ਨੂੰ ਗਿਆਨ ਦੇਣਾ, ਧੰਮ ਦੇ ਸਿਧਾਂਤਾਂ ਦੇ ਅਨੁਸਾਰ ਲੋਕਾਂ ਵਿੱਚ ਵਿਵਹਾਰ ਅਤੇ ਆਚਰਣ ਦੀ ਆਦਤ ਦਾ ਨਿਰਮਾਣ ਕਰਨ ਦਾ ਕਾਰਜ ਅਥਾਹ ਜ਼ਿੰਮੇਵਾਰੀ ਦਾ ਕੰਮ ਹੈ। ਅਜਿਹਾ ਕੋਈ ਦੂਸਰਾ ਵਿਅਕਤੀ ਵੀ ਨਹੀਂ ਹੈ ਜੋ ਇਸ ਅਹਿਮ ਅਤੇ ਗੰਭੀਰ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਕੰਮ ਆਪਣੇ ਜ਼ਿੰਮੇ ਲੈ ਲਵੇ, ਅਤੇ ਨਾ ਹੀ ਮੇਰੀ ਨਜ਼ਰ ਵਿੱਚ ਕੋਈ ਅਜਿਹਾ ਵਿਅਕਤੀ ਹੈ ਜਿਸ ਨੂੰ ਮੈਂ ਇੰਨਾ ਮਹਾਨ ਕੰਮ ਸੰਭਾਲਣ ਵਾਸਤੇ ਆਵਾਜ਼ ਦੇ ਸਕਾਂ। ਜੇ ਮੈਨੂੰ ਜਿਉਣ ਦਾ ਕੁਝ ਬਰੇ ਹੋਰ ਮੌਕਾ ਮਿਲਿਆ ਤਾਂ ਅੱਜ ਮੈਂ ਜਿਸ ਜ਼ਿੰਮੇਵਾਰੀ ਨੂੰ ਆਪਣੇ ਸਿਰ ਲਿਆ ਹੈ ਉਸ ਨੂੰ ਸਫਲਤਾ ਦੀ ਅੰਤਿਮ ਮੰਜ਼ਿਲ ਤੱਕ ਪਹੁੰਚਾ ਦੇਵਾਂਗਾ। ਸਾਥੀਓ, ਆਓ ਬਾਬਾ ਸਾਹਿਬ ਜੀ ਦੀ ਇੱਕ ਕੋਟੇਸ਼ਨ ਨੂੰ ਯਾਦ ਕਰੀਏ, ਜਿਸ ਵਿੱਚ ਉਹ ਕਹਿੰਦੇ ਹਨ, ਗੁਲਾਮੀ ਦੀਆਂ ਜੜ੍ਹਾਂ ਰਾਜਨੀਤੀ ਵਿੱਚ ਹਨ, ਰਾਜਨੀਤੀ ਦੀਆਂ ਜੜ੍ਹਾਂ ਕਾਨੂੰਨ ਵਿੱਚ ਹਨ, ਕਾਨੂੰਨ ਨੇਤਾ ਲੋਕ ਬਣਾਉਂਦੇ ਹਨ, ਨੇਤਾ ਨੂੰ ਸਮਾਜ ਤਿਆਰ ਕਰਦਾ ਹੈ। ਇਸ ਤਰ੍ਹਾਂ ਸਾਥੀਓ, ਇੱਕ ਅੱਛੇ ਸਮਾਜ ਨੂੰ ਸਦ ਧੰਮ ਬਣਾਉਂਦਾ ਹੈ। ਇਸ ਤਰ੍ਹਾਂ ਇੱਕ ਅੱਛਾ ਸਮਾਜ ਅੱਛੇ ਨੇਤਾ ਪੈਦਾ ਕਰੇਗਾ। ਅੱਛੇ ਨੇਤਾ ਅੱਛੇ ਕਾਨੂੰਨ ਬਣਾਉਣਗੇ। ਜਦੋਂ ਅੱਛੇ ਕਾਨੂੰਨ ਬਣਨਗੇ ਤਾਂ ਰਾਜਨੀਤੀ ਅੱਛੀ ਹੋਵੇਗੀ। ਰਾਜਨੀਤੀ ਅੱਛੀ ਹੋਵੇਗੀ ਤਾਂ ਗੁਲਾਮੀ ਦੂਰ ਹੋਵੇਗੀ। ਬਹੁਜਨ ਹਿਤਾਏ ਬਹੁਜਨ ਸੁਖਾਏ ਦਾ ਰਾਜ ਸਥਾਪਿਤ ਹੋਏਗਾ। ਇਹ ਹੀ ਸਤਿਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਹੈ। ਇਸ ਨੂੰ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਬੁੱਧ ਭਾਰਤ ਕਹਿੰਦੇ ਹਨ। ਇਸ ਨੂੰ ਸਤਿਗੁਰੂ ਕਬੀਰ ਜੀ ਪ੍ਰੇਮ ਨਗਰੀ ਕਹਿੰਦੇ ਹਨ। ਇਸ ਨੂੰ ਤਥਾਗਤ ਬੁੱਧ ਜੀ ਸੁਖਾਵਤੀ ਕਹਿੰਦੇ ਹਨ। ਇਸ ਨੂੰ ਹੀ ਸਤਿਗੁਰ ਤੁਕਾਰਾਮ ਪੰਡਾਰਪੁਰ ਦਾ ਨਾਮ ਦਿੰਦੇ ਹਨ। ਨਮੋ ਬੁੱਧਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ ਜੀ।